वापस आना चंगा लगता है। ज्यादा कुछ इत्थे बदला नहीं है। ਇਹ ਕਿੱਥੋਂ ਦਾ ਜੱਜ ਹੈ? ਇਹ ਇੱਥੇ ਕੀ ਕਰ ਰਿਹਾ ਹੈ? ਪਰਮੇਸ਼ਰ ਦੇ ਸਰਮੁਖ ਹਾਜ਼ਰ ਹੋਣ ਆਇਆ ਹੈ। ਤੂੰ ਕਿੱਥੋਂ ਆਇਆ ਹੈ? ਮੈਂ ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਸੈਰ ਕਰਕੇ ਆਇਆ ਹਾਂ। ਇਹਨੂੰ ਕੀ ਚਾਹੀਦਾ ਹੈ? ਤੂੰ ਮੇਰੇ ਦਾਸ ਅਯੂਬ ਬਾਰੇ ਕੀ ਸੋਚਦਾ ਹੈ? ਪ੍ਰਿਥਵੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਮਨੁੱਖ ਹੈ ਜੋ ਮੇਰੇ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਹਾਂ, ਲੇਕਿਨ ਉਸਦੇ ਕੋਲ ਪਰਮੇਸ਼ਰ ਤੋਂ ਡਰਨ ਦੀ ਚੰਗੀ ਵਜ੍ਹਾ ਹੈ। ਤੂੰ ਉਸ ਦੇ ਉੱਤੇ, ਉਸ ਦੇ ਘਰ ਤੇ, ਉਸ ਦੇ ਸਭ ਕਾਸੇ ਦੁਆਲੇ ਵੜ ਨਹੀਂ ਲਾ ਛੱਡੀ। ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਲਾ ਛੱਡੀ ਹੈ। ਵੇਖ ਉਹ ਕਿੰਨਾ ਅਮੀਰ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵੱਧ ਅਤੇ ਜੋ ਕੁਝ ਉਸਦਾ ਹੈ ਉਹਨੂੰ ਛੱਡ। ਉਹ ਤੇਰੇ ਮੂੰਹ ਉੱਤੇ ਫਿਟਕਾਰਾ ਪਾਊਗਾ। ਠੀਕ ਹੈ, ਤੂੰ ਉਸ ਨੂੰ ਅਜ਼ਮਾ ਕੇ ਵੇਖ ਲੈ। ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ। ਕੇਵਲ ਉਸ ਨੂੰ ਹੱਥ ਨਾ ਲਾਵੀਂ। ਅਯੂਬ ਹੁਣ ਮੇਰਾ ਹੈ। ਇਹ ਬਚਨ ਹੈ ਸਦਾ ਸਾਰੇ ਜਹਾਨ ਦੇ ਲਈ। ਇਹ ਕਹਾਣੀ ਸਦਾ ਹੈ ਜੋ ਸੱਚ। ਸੁਪਰ ਬੁੱਕ Hosanna ga Hosanna, ਇਹ ਬਚਨ ਹੈ ਸੁਪਰ ਬੁੱਕ। Hosanna ga Hosanna, ਇਹ ਬਚਨ ਹੈ ਸੁਪਰ ਬੁੱਕ। ਮੈਨੂੰ ਬਹੁਤ ਦੁੱਖ ਹੈ ਫੀਬੀ। ਫੀਬੀ ਦੇ ਪਿਤਾ ਜੀ ਬਹੁਤ ਵੱਡੇ ਆਦਮੀ ਸਨ। ਸਾਨੂੰ ਉਹਨਾਂ ਦੀ ਕਮੀ ਮਹਿਸੂਸ ਹੋਏਗੀ। ਮਿਹਰਬਾਨੀ ਕਰਕੇ ਅੰਦਰ ਆਓ। ਪ੍ਰੋਫੈਸਰ ਕੁਆਂਟਮ, ਕ੍ਰਿਸ ਦਾ ਕੀ ਹਾਲ ਹੈ? ਉਸ ਲਈ ਆਪਣੇ ਨਾਨਾ ਜੀ ਤੋਂ ਜੁਦਾਈ ਬਹੁਤ ਦੁੱਖ ਦੀ ਗੱਲ ਹੈ। ਉਹ ਇੱਕ ਦੂਜੇ ਦੇ ਬਹੁਤ ਨੇੜੇ ਸਨ। ਕ੍ਰਿਸ ਉੱਥੇ ਬਾਹਰ ਹੈ। ਤੂੰ ਉਹਨੂੰ ਬਾਹਰ ਜਾ ਕੇ ਮਿਲ ਲੈ ਜੋਏ। ਕਿਰਪਾ ਕਰਕੇ ਸਭ ਅੰਦਰ ਆ ਜਾਓ। ਓਏ ਗੀ, ਤੂੰ ਕਿੱਥੇ ਹੈ? ਆ ਜਾ ਨਾ, ਆ ਜਾ। ਗਿਜ਼ਮੋ, ਤੂੰ ਕੀ ਕਰ ਰਿਹਾ ਹੈ? ਓਹ ਜੋਏ, ਚੰਗਾ ਹੋਇਆ ਕਿ ਤੇਰੀ ਛੁੱਟੀਆਂ ਹੋ ਗਈਆਂ। ਇੱਥੇ ਬਹੁਤ ਬੁਰਾ ਹੋਇਆ। ਕ੍ਰਿਸ ਦੇ ਨਾਨਾ ਜੀ ਬਾਰੇ ਸੁਣ ਕੇ ਅਫਸੋਸ ਹੋਇਆ। ਜੋਏ, ਇਹ ਹਫਤਾ ਕ੍ਰਿਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਸੀ। ਇਹਦੀ ਸ਼ੁਰੂਆਤ ਤਦ ਹੋਈ ਜਦੋਂ ਕਲਾਸ ਦੇ ਪਾਲਤੂ ਇਗਵਾਨਾ ਨੂੰ ਛੁੱਟੀ ਵਿੱਚ ਘਰ ਲੈ ਕੇ ਆਇਆ ਤੇ ਉਹ ਮਰ ਗਿਆ। ਫਿਰ ਬੁੱਧਵਾਰ ਦੀ ਰਾਤ ਵੈਲੀ ਵਿਊ ਤੇ ਤੂਫਾਨ ਆਇਆ ਅਤੇ ਕ੍ਰਿਸ ਦੇ ਬੈਡਰੂਮ ਦੀ ਛੱਤ ਉੱਤੇ ਇੱਕ ਬ੍ਰਿਕ ਢਹਿ ਪਿਆ। ਤੇ ਪਤਾ ਹੈ, ਕ੍ਰਿਸ ਪੈਸੇ ਬਚਾ ਕੇ ਜਮ੍ਹਾਂ ਕਰ ਰਿਹਾ ਸੀ ਆਪਣੇ ਪੇਪਰ ਰੂਟ ਤੋਂ। ਉਹ ਸਾਰੇ ਪੈਸੇ ਚੋਰੀ ਹੋ ਗਏ ਜਦੋਂ ਬੈਂਕ ਜਾ ਰਿਹਾ ਸੀ। ਕੀ ਦੱਸਾਂ, ਇੱਕ ਤੋਂ ਬਾਅਦ ਇੱਕ ਸਭ ਬੁਰਾ ਹੁੰਦਾ ਗਿਆ ਜੋਏ। ਅਤੇ ਸਭ ਤੋਂ ਬੁਰਾ ਤਾਂ ਹੁਣ ਹੋਇਆ ਜਦ ਉਸਦੇ ਨਾਨਾ ਜੀ ਦੀ ਮੌਤ ਹੋਈ। ਤੇਰੇ ਨਾਨਾ ਜੀ ਦਾ ਸੁਣ ਕੇ ਮੈਨੂੰ ਅਫਸੋਸ ਹੋਇਆ। ਜਦੋਂ ਵੀ ਮੈਂ ਚੰਗਾ ਕਰਨ ਦੀ ਕੋਸ਼ਿਸ਼ ਕਰਦਾ, ਸਭ ਕੁਝ ਮੇਰੇ ਲਈ ਭੈੜਾ ਕਿਉਂ ਹੁੰਦਾ ਹੈ? ਕ੍ਰਿਸ, ਕਦੀ-ਕਦੀ ਮੈਂ ਹੁਣ ਚੰਗਾ ਕਰਨ ਦੀ ਕੋਸ਼ਿਸ਼ ਛੱਡ ਦਿਆਂਗਾ। ਨਾਨਾ ਜੀ ਨਹੀਂ ਰਹੇ। ਕ੍ਰਿਸ, ਮੈਗੀ ਨੂੰ ਹਰ ਜਗ੍ਹਾ ਲੱਭ ਲਿਆ ਤੇ ਓ ਨਹੀਂ, ਸੁਪਰ ਬੁੱਕ। ਮੈਨੂੰ ਇਗਵਾਨਾ ਨੂੰ ਲੱਭਣ ਲਈ ਇੱਥੇ ਹੀ ਛੱਡ ਜਾ। ਮੈਂ ਤੁਹਾਨੂੰ ਅੱਜ ਇੱਕ ਅਜਿਹੇ ਮਨੁੱਖ ਨੂੰ ਮਿਲਾਉਣ ਲਈ ਲੈ ਜਾਵਾਂਗਾ ਜਿਨੇ ਆਪਣਾ ਸਭ ਕੁਝ ਗਵਾ ਦਿੱਤਾ ਅਤੇ ਇਹ ਉਸ ਦੀ ਪਰਮੇਸ਼ਰ ਉੱਤੇ ਵਿਸ਼ਵਾਸ ਦੀ ਆਜ਼ਮਾਇਸ਼ ਸੀ। रुक जाओ, ये मेरे
मालिक दे बलधन। ਕੀ ਹੋ ਰਿਹਾ ਹੈ हे दिखता नहीं। ਓ ਨਹੀਂ पहले ही मेरा हफ्ता बुरा गया मिस्टर। हुण तुसी होर भी बुरा करना चाਹੁंदे हो मेरे नाल? टाइटेनियम बॉल ਅਯੂਬ ਦੇ 500 ਬਲਦ ਚੋਰੀ ਹੋ ਗਏ ਨੇ। ਬੁਰਾ ਹੋਇਆ ਅਤੇ ਹੁਣ ਅੱਗ ਦਾ ਬੱਦਲ ਆਂਦਾ ਦਿਸਦਾ ਹੈ। ओ नहीं, ये तो मेरे पिछले हफ्ते तो भी खराब है। क्रिस ਹੁਣ ਮੈਂ ਸੋਚਣਾ ਹੈ। ਮੇਰਾ ਪਰਮੇਸ਼ਰ ਨਾਲ ਕਰਾਰ ਸੀ ਕਿ ਮੈਂ ਅਯੂਬ ਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਪਰ ਉਸ ਨੇ ਉਸ ਦੇ ਪੁੱਤਰ ਅਤੇ ਧੀਆਂ ਲਈ ਕੁਝ ਨਹੀਂ ਕੀਤਾ ਸੀ। ਮੈਨੂੰ ਲੱਗਦਾ ਹੈ ਇੰਨੀ ਦੂਰੀ ਠੀਕ ਹੈ। मालिक मालिक ਕੀ ਗੱਲ ਹੈ? ਕੀ ਹੋ ਰਿਹਾ ਬਲਦ ਹੈ? ਹਾਲੇ ਜੁੜੇ ਹੋਏ ਸਨ ਅਤੇ ਗਦੀਆਂ ਉਹਨਾਂ ਦੇ ਕੋਲ ਚੁਗ ਰਹੀਆਂ ਸਨ। ਸਭਾ ਦੇ ਲੋਕ ਉਹਨਾਂ ਉੱਤੇ ਆ ਪਏ ਅਤੇ ਉਹਨਾਂ ਨੂੰ ਖੋ ਕੇ ਲੈ ਗਏ ਅਤੇ ਜਵਾਨਾਂ ਨੂੰ ਤਲਵਾਰਾਂ ਦੀ ਧਾਰ ਨਾਲ ਵੜ ਗਏ। ਮੈਂ ਹੀ ਇਕੱਲਾ ਬਚਿਆ ਤੁਹਾਨੂੰ ਮਾਲਕ ਦੱਸਣ ਲਈ। ਮੇਰੇ ਮਾਲਕ ਪਰਮੇਸ਼ਰ ਦੀ ਅੱਗ ਆਕਾਸ਼ੋਂ ਉਤਰੀ ਅਤੇ ਉਸਨੇ ਭੇਡਾਂ ਤੇ ਜਵਾਨਾਂ ਨੂੰ ਭਸਮ ਕਰ ਦਿੱਤਾ। ਮੈਂ ਹੀ ਇਕੱਲਾ ਬਚਿਆ ਤੁਹਾਨੂੰ ਇਹ ਦੱਸਣ ਦੇ ਲਈ। 3 ਟੋਲੀਆਂ ਬਣਾ ਕੇ ਆਏ ਤੇ ਤੁਹਾਡੇ ਊਂਠ ਚੋਰੀ ਕਰ ਲਿੱਤੇ। ਤੁਹਾਡੇ ਸਾਰੇ ਨੌਕਰ ਮਾਰੇ ਗਏ। ਸਿਰਫ ਮੈਂ ਹੀ ਬਚਿਆ ਤੁਹਾਨੂੰ ਇਹ ਦੱਸਣ ਤੇਰੇ ਲਈ। ਪੁੱਤਰ ਅਤੇ ਧੀਆਂ ਆਪਣੇ ਭਰਾ ਦੇ ਘਰ ਖਾਂਦੇ ਤੇ ਪੀਂਦੇ ਸਨ ਕਿ ਅਚਾਨਕ ਇੱਕ ਵੱਡੀ ਹਵਾ ਉਜਾੜ ਵੱਲੋਂ ਆਈ ਅਤੇ ਘਰ ਦੇ ਚੌਹਾਂ ਪਾਸੇ ਉੱਤੇ ਟੱਕਰ ਮਾਰੀ ਕਿ ਘਰ ਉਹਨਾਂ ਉੱਤੇ ਡਿੱਗ ਪਿਆ ਅਤੇ ਤੇਰੇ ਸਾਰੇ ਬੱਚੇ ਮਰ ਗਏ। ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ। नहीं नहीं हो सकता। ये क्यों होया? यहोवा ने दिता, यहोवा ने ही ले लिया। यहोवा दा नाम मुबारक होवे। जो होया उस लिए परमेश्वर ने फिटकारण दे बदले ए उस दी महिमा कर रहा है। ਦੁਖੀ ਟੁੱਟਿਆ ਹੋਇਆ ਦਰਦ ਤੋਂ ਬੇਬਸ। ਹੁਣ ਤਾਂ ਮੈਂ ਪਰਮੇਸ਼ਰ ਤੋਂ ਇਹ ਸ਼ਰਤ ਜਿੱਤ ਹੀ ਗਿਆ। ਕੀ ਘਰ ਦੇ ਮਾਲਕ ਕੋਲ ਇੱਕ ਥਕੇ ਹੋਏ ਮੁਸਾਫਰ ਨੂੰ ਦੇਣ ਲਈ ਕੁਝ ਹੈ? ਮੇਰੇ ਮਾਲਿਕ ਅਫਸੋਸ ਮਨਾ ਰਹੇ ਹਨ। ਉਹਨਾਂ ਦਾ ਸਭ ਕੁਝ ਗਵਾਚ ਗਿਆ ਹੈ। ਘਰ ਦੇ ਲੋਕਾਂ ਲਈ ਵੀ ਘਰ ਵਿੱਚ ਕੁਝ ਨਹੀਂ ਹੈ। ਕੀ ਇਹ ਸੱਚ ਹੈ? उसका सब कुछ एक दिन च गवाच गया। उसका खानदान, उसका रुपया। मेरा मतलब मेरा नुकसान तो उसके सामने कुछ भी नहीं है। ਇਹ ਸਭ ਕੁਝ ਪਰਮੇਸ਼ਰ ਨੇ ਹੋਣ ਦਿੱਤਾ? ਉਹਨੇ ਇਹ ਸਭ ਕਿਉਂ ਹੋਣ ਦਿੱਤਾ? ਹੁਣ ਤਾਂ ਅਯੂਬ ਨੂੰ ਪਰਮੇਸ਼ਰ ਤੋਂ ਨਫ਼ਰਤ ਹੋ ਗਈ ਹੋਣੀ। ਇਹ ਤਾਂ ਹੈਰਾਨੀ ਦੀ ਗੱਲ ਹੈ। ਇੰਨਾ ਸਭ ਹੋਣ ਦੇ ਬਾਅਦ ਵੀ ਉਹ ਹੱਲੇ ਵੀ ਪਰਮੇਸ਼ਵਰ ਦੀ ਮਹਿਮਾ ਕਰਦਾ ਹੈ। ਇਹ ਨਹੀਂ ਹੋ ਸਕਦਾ। ਕੋਈ ਵੀ ਮਨੁੱਖ ਆਪਣਾ ਰੁਪਿਆ ਪੈਸਾ ਆਪਣਾ ਖਾਨਦਾਨ ਸਭ ਕੁਝ ਗਵਾ ਕੇ ਵੀ ਪਰਮੇਸ਼ਰ ਤੋਂ ਸਵਾਲ ਨਹੀਂ ਕਰਦਾ, ਉਹਨੂੰ ਕਸੂਰਵਾਰ ਨਹੀਂ ਠਹਿਰਾਉਂਦਾ। ਪਰਮੇਸ਼ਰ ਅਯੂਬ ਤੈਨੂੰ ਫਿਟਕਾਰੇਗਾ।
ਤੂੰ ਕਿੱਥੋਂ ਆਇਆ ਹੈ? ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਹਦੇ ਵਿੱਚ ਸੈਲ ਕਰਕੇ ਆਇਆ ਹਾਂ। ਤੂੰ ਮੇਰੇ ਦਾਸ ਅਯੂਬ ਬਾਰੇ ਕੀ ਸੋਚਦਾ ਹੈ? ਪ੍ਰਿਥਵੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਮਨੁੱਖ ਹੈ ਜੋ ਮੇਰੇ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਖਲ ਦੇ ਬਦਲੇ ਖਲ। ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣੇ ਦਰਦ ਦੇ ਸਾਹਮਣੇ ਕੁਝ ਨਹੀਂ। ਜਿਉਂਦਾ ਰਹਿਣ ਲਈ ਮਨੁੱਖ ਕੁਝ ਵੀ ਕਰ ਸਕਦਾ ਹੈ। ਹੱਥ ਵਧਾ ਕੇ ਛੂ ਅਤੇ ਦੁੱਖ ਦੇ ਅਤੇ ਉਹ ਤੇਰੇ ਮੂੰਹ ਤੇ ਤੈਨੂੰ ਫਿਟਕਾਰੂਗਾ। ਕੀ ਪਰਮੇਸ਼ਰ ਇਸ ਜੱਜ ਉੱਤੇ ਛੱਡ ਦੇਵੇਗਾ? ਠਹਿਰ ਜਾ, ਉਹ ਤੇਰੇ ਹੱਥ ਵਿੱਚ ਹੈ, ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀ। ਅਯੂਬ ਨੂੰ ਇੰਨਾ ਦੁੱਖ ਦਰਦ ਸਹਿਣਾ ਪਵੇਗਾ ਕਿ ਉਹ ਪਰਮੇਸ਼ਰ ਨੂੰ ਆਪਣੇ ਜਨਮ ਉੱਤੇ ਫਿਟਕਾਰੇਗਾ। ਕੀ ਹੈ ਇਹ? ਕੀ ਸੀ? ਕੀ ਹੋਇਆ? ਕੀ ਹੋ ਰਿਹਾ? ਇਹ ਕੀ ਹੋ ਰਿਹਾ ਤੁਹਾਨੂੰ? ਤਕਲੀਫ ਵੇਖ ਕੇ ਕਿੰਨਾ ਵਧੀਆ ਲੱਗਦਾ ਹੈ। ਨਹੀਂ, ਇਹ ਤੇਰੇ ਕਿਹੜੇ ਪਾਪਾਂ ਦਾ ਫਲ ਹੈ? ਉਹ ਕਿਉਂ ਕਿਉਂ? ਭਿਆਨਕ ਹੈ। ਕਿਉਂ ਹੋਇਆ ਏ? ਤੈਂ ਜੀ ਵੀ ਆਪਣੀ ਖਰਿਆਈ ਨੂੰ ਤਕੜੀ ਕਰ ਫੜਿਆ ਹੋਇਆ ਹੈ। ਪਰਮੇਸ਼ਵਰ ਨੂੰ ਫਿਟਕਾਰ ਤੇ ਮਰ ਜਾ। ਤੂੰ ਝੱਲੀ ਤੀਵੀਂ ਜਿਵੇਂ ਬੋਲਦੀ ਹੈ ਕਿ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ ਔਰ ਬੁਰਾ ਨਾ ਲਈਏ। ਇਸ ਮਨੁੱਖ ਦਾ ਵਿਸ਼ਵਾਸ ਕਿਵੇਂ ਟੁੱਟੇਗਾ? ਚੇਤੇ ਤਾਂ ਕਰ, ਕਿਹੜਾ ਬੇਦੋਸ਼ ਕਦੇ ਨਾਸ ਹੋਇਆ ਜਾਂ ਨੇਕ ਜਨ ਕਿੱਥੋਂ ਮਿਟਾਏ ਗਏ। ਮੇਰੇ ਵੇਖਣ ਵਿੱਚ ਤਾਂ ਬਦੀ ਦੇ ਵਾਹਣ ਵਾਲੇ ਅਤੇ ਕਸ਼ਟ ਦੇ ਭਜਣ ਵਾਲੇ ਉਹ ਕੁਝ ਵੱਡੇ ਲੋਕ ਪਰਮੇਸ਼ਰ ਦੇ ਸਵਾਸ ਨਾਲ ਤੇਰੀਆਂ ਗੱਲਾਂ ਚੁੱਪ ਕਰਾ ਸਕਦੀ ਦੁੱਖ ਤਾਂ ਖਾਕ ਚੁਣ ਨਹੀਂ ਮਾਰੇ ਤਾਂ ਤੈਨੂੰ ਕੋਈ ਸ਼ਰਮਿੰਦਾ ਨਾ ਕਰੂੰ। ਤਾਂ ਕਹਿੰਦਾ ਕਿ ਮੇਰੀ ਸਿੱਖਿਆ ਪਾਕ ਹੈ ਅਤੇ ਤੇਰੀਆਂ ਅੱਖੀਆਂ ਵਿੱਚ ਸ਼ੁੱਧ ਆ। ਕਾਸ਼ ਕੀ ਪਰਮੇਸ਼ਰ ਆਪ ਬੋਲੇ ਤੇ ਤੇਰੇ ਵਿਰੁੱਧ ਆਪਣੇ ਬੁੱਲ ਖੋਲੇ। ਸੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ। ਉਸਦੇ ਦੋਸਤ ਕਿੰਨੇ ਚੰਗੇ ਨੇ ਕਿ ਉਸਦਾ ਹਾਲ ਪੁੱਛਣ ਲਈ ਆ। ਹਾਂ, ਅਜਿਹੇ ਦੋਸਤ ਹੋਣ ਤਾਂ ਦੁਸ਼ਮਣਾਂ ਦੀ ਕੀ ਲੋੜ ਹੈ? ਮੈਨੂੰ ਦੋਸ਼ੀ ਨਾ ਸਮਝੋ, ਮੈਂ ਕੁਝ ਵੀ ਗਲਤ ਨਹੀਂ ਕੀਤਾ। ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਝੂਠ ਬੋਲਦਾ, ਕਿ ਮੈਨੂੰ ਖਰੇ ਅਤੇ ਖੋਟੇ ਦਾ ਫਰਕ ਨਹੀਂ ਪਤਾ? ਉਹਨੇ ਤੇਰੇ ਪੁੱਤਰਾਂ ਨੂੰ ਉਹਨਾਂ ਦੇ ਪਾਪਾਂ ਦਾ ਫਲ ਦੇ ਦਿੱਤਾ ਹੈ। ਹੁਣ ਤੂੰ ਉਸ ਵੱਲ ਮੁੜ ਅਤੇ ਆਪਣੀ ਖਰਿਆਈ ਨੂੰ ਤਗੜਾ ਕਰਕੇ ਜੀ। ਵੇਖ, ਪਰਮੇਸ਼ਰ ਖਰੇ ਆਦਮੀ ਨੂੰ ਨਾ ਤਿਆਗੂਗਾ ਅਤੇ ਬੁਰਿਆਰਾਂ ਨੂੰ ਨਹੀਂ ਛੱਡੂਗਾ। ਆਪਣੇ ਦਿਲ ਨੂੰ ਪਰਮੇਸ਼ਰ ਨੂੰ ਦੇ। ਆਪਣੇ ਹੱਥ ਜੋੜ ਕੇ ਬੇਨਤੀ ਕਰ। ਆਪਣੀ ਬਦੀ ਨੂੰ ਛੱਡ ਕੇ ਪਛਤਾਪ ਕਰ। ਆਪਣਾ ਕਸ਼ਟ ਦੂਰ ਕਰਨ ਦਾ ਇੱਕ ਜੋਏ, ਕੀ ਤੈਨੂੰ ਲੱਗਦਾ ਹੈ ਕਿ ਮੇਰੇ ਨਾਲ ਸਾਰੀ ਬੁਰੀ ਗੱਲਾਂ ਇਸ ਲਈ ਹੋ ਰਹੀਆਂ ਸਨ ਕਿਉਂਕਿ ਮੈਂ ਕੋਈ ਬੁਰਾ ਕੰਮ ਕੀਤਾ ਸੀ? ਜਿੰਨਾ ਤੁਸੀਂ ਜਾਂਦੇ ਹੋ ਨਾ ਮੈਂ ਵੀ ਜਾਂਦਾ। ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਨਹੀਂ, ਪਰੰਤੂ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ ਅਤੇ ਪਰਮੇਸ਼ਵਰ ਨਾਲ ਬਹਿਸ ਕਰਨੀ ਚਾਹੁੰਦਾ ਹਾਂ। ਪਰੰਤੂ ਤੁਸੀਂ ਸਾਰੇ ਝੂਠ ਦੇ ਘੜਨ ਵਾਲੇ ਹੋ। ਅਯੂਬ, ਇਹ ਤਾਂ ਅਸੀਂ ਤੇਰੀ ਬੇਮਤਲਬ ਮਦਦ ਲਈ ਇੱਥੇ ਹਾਂ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਸੀ ਕਿ ਤੈਨੂੰ ਸਮਝਾ ਸਕੀਏ ਅਯੂਬ। ਤੁਸੀਂ ਨਿਕੰਮੇ ਵੈਦ ਹੋ। ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ ਤਾਂ ਇਹ ਤੁਹਾਡੇ ਲਈ ਜ਼ਿਆਦਾ ਅਕਲਮੰਦੀ ਹੁੰਦੀ। ਤੂੰ ਕੀ ਗੱਲ ਕਰ ਰਿਹਾ ਹੈ? ਅਯੂਬ ਤਾਂ ਸੁਣ ਹੀ ਨਹੀਂ ਰਿਹਾ। ਸਾਨੂੰ ਇੱਥੇ ਆਣਾ ਹੀ ਨਹੀਂ ਚਾਹੀਦਾ ਸੀ। ਪਰਮੇਸ਼ਰ, ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹੁਜ਼ੂਰੋਂ ਨਾ ਲੁਕਾਂਗਾ। ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ ਅਤੇ ਤੇਰਾ ਭੈ ਮੈਨੂੰ ਨਾ ਡਰਾਵੇ। ਤਾਂ ਮੈਨੂੰ ਬੁਲਾਈ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ। ਮੇਰਾ ਅਪਰਾਧ ਅਤੇ ਮੇਰਾ ਪਾਪ ਮੈਨੂੰ ਦੱਸ।
ਅਯੂਬ, ਇਹ ਤੁਹਾਡੇ ਨਾਲ ਜੋ ਵੀ ਬੁਰਾ ਹੋ ਰਿਹਾ ਹੈ, ਤੁਹਾਨੂੰ ਫੇਰ ਵੀ ਪਰਮੇਸ਼ਰ ਤੇ ਵਿਸ਼ਵਾਸ ਹੈ ਕਿ ਉਹ ਤੁਹਾਡੀ ਰੱਖਿਆ ਕਰੇਗਾ? ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ ਜਾਂ ਸਦਾ ਲਈ ਚੱਟਾਨ ਵਿੱਚ ਉਕੇਰੀਆਂ ਜਾਂਦੀਆਂ। ਮੈਂ ਤਾਂ ਜਾਣਦਾ ਹਾਂ ਕਿ ਮੇਰਾ ਨਿਸਤਾਰਾ ਦੇਣ ਵਾਲਾ ਜਿਉਂਦਾ ਹੈ ਅਤੇ ਓੜਕ ਨੂੰ ਉਹ ਖਾਕ ਉੱਤੇ ਖੜਾ ਹੋਵੇਗਾ। ਆਪਣੀ ਇਸ ਖਲ ਦੇ ਨਾਸ ਹੋਣ ਦੇ ਮਗਰੋਂ ਮੈਂ ਆਪਣੇ ਮਾਸ ਤੋਂ ਬਿਨਾਂ ਪਰਮੇਸ਼ਰ ਨੂੰ ਵੇਖਾਂਗਾ ਅਤੇ ਮੈਂ ਇਹ ਸੋਚ ਕੇ ਬਹੁਤ ਖੁਸ਼ ਹਾਂ। ਤੁਹਾਨੂੰ ਵੇਖ ਕੇ ਮੈਨੂੰ ਮੇਰੇ ਨਾਨਾ ਜੀ ਦੀ ਯਾਦ ਆਉਂਦੀ ਹੈ। ਉਹ ਵੀ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਸੀ। ਸੁਣੋ, ਅਸੀਂ ਤਾਂ ਉਸ ਦੀ ਮਦਦ ਕਰਨ ਆਪਣੀ ਦੀ ਸਲਾਹ ਕੋਸ਼ਿਸ਼ ਇਹਨੂੰ ਕਰ ਰਹੇ ਦੇ ਰਹੇ ਹਾਂ। ਹੁਣ ਇਹ ਸਾਫ਼ ਹੈ ਕਿ ਇਹਨੇ ਜ਼ਰੂਰ ਪਾਪ ਕੀਤਾ ਹੈ, ਇਸੇ ਲਈ ਇਹ ਪਰਮੇਸ਼ਰ ਤੋਂ ਮਾਫੀ ਮੰਗ ਰਿਹਾ ਹੈ। ਕੀ ਤੁਸੀਂ ਅਯੂਬ ਨੂੰ ਅਲਵਿਦਾ ਨਹੀਂ ਆਖੋਗੇ? ਸਾਡੇ ਵੱਲੋਂ ਤੂੰ ਅਲਵਿਦਾ ਆਖ। ਜੇ ਮੈਂ ਅਯੂਬ ਹੁੰਦਾ ਤਾਂ ਇਹਨਾਂ ਨਾਲ ਛੇਤੀ ਦੋਸਤੀ ਤੋੜ ਦਿੰਦਾ। ਕੀ ਹੋਇਆ? ਲੱਗਦਾ ਹੈ ਅਯੂਬ ਦੇ ਦੋਸਤ ਜਾ ਰਹੇ ਹਨ। ਹਾਂ, ਉਸਦੇ ਉਹ ਕੋਲ ਤਾਂ ਜਾਣ ਦਾ ਕਹਿੰਦੇ ਨੇ ਕੋਈ ਕਿ ਫਾਇਦਾ ਨਹੀਂ। ਅਯੂਬ ਨੂੰ ਪਰਮੇਸ਼ਰ ਸਜ਼ਾ ਦੇ ਰਿਹਾ ਹੈ, ਪਰ ਉਹ ਕਹਿੰਦਾ ਹੈ ਕਿ ਉਹ ਬੇਦੋਸ਼ ਹੈ ਅਤੇ ਹੁਣ ਓਏ ਨਹੀਂ, ਅਯੂਬ ਦੀ ਬਦਕਿਸਮਤੀ ਕਿ ਹੁਣ ਉਸ ਉੱਤੇ ਆਕਾਸ਼ ਤੋਂ ਅੱਗ ਡਿੱਗਣ ਵਾਲੀ ਹੈ। ਰੁਕੋ। ਕਾਸ਼ ਕਿ ਕੋਈ ਮੇਰੀ ਸੁਣਦਾ। ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ। ਇਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਣ ਗੱਲਾਂ ਨਾਲ ਹਨੇਰੇ ਵਿੱਚ ਰੱਖਦਾ ਹੈ? ਮਰਦ ਵਾਂਝੂ ਜ਼ਰਾ ਆਪਣੀ ਕਮਰ ਕੱਸ। ਮੈਂ ਤੇਥੋਂ ਸਵਾਲ ਕਰਦਾ ਹਾਂ ਅਤੇ ਤੂੰ ਮੈਨੂੰ ਸਮਝਾ। ਤੂੰ ਕਿੱਥੇ ਸੀ ਜਦ ਮੈਂ ਧਰਤੀ ਦੀ ਨਿਊ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈ ਕਿਹਨੇ ਉਸ ਦਾ ਨਾਪ ਠਹਿਰਾਇਆ, ਤੂੰ ਜ਼ਰੂਰ ਜਾਣ ਲਿਆ ਹੋਵੇ। ਜਾਂ ਕਿਹਨੇ ਉਹਦੇ ਉੱਤੇ ਜ਼ਰੀਬ ਖਿੱਚੀ, ਕਦੇ ਉੱਤੇ ਉਸ ਦੀਆਂ ਟੇਕਾਂ ਰੱਖੀਆਂ ਗਈਆਂ, ਜਾਂ ਕਿਹਨੇ ਉਸ ਦੇ ਸਿਰੇ ਦਾ ਪੱਥਰ ਧਰਿਆ। ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ ਅਤੇ ਪਰਮੇਸ਼ਵਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ, ਜਾਂ ਕਿਸ ਸਮੁੰਦਰ ਨੂੰ ਕੁਵਾੜਾ ਨਾਲ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿਕਲਿਆ, ਜਦ ਮੈਂ ਬੱਦਲ ਉਹਦਾ ਲਿਬਾਸ ਅਤੇ ਹਨੇਰੇ ਕੁੱਪ ਨੂੰ ਉਹਦਾ ਪੋਤੜਾ ਬਣਾਇਆ ਅਤੇ ਉਹਦੀਆਂ ਹੱਦਾਂ ਠਹਿਰਾਈਆਂ ਅਤੇ ਅਰਲ ਤੇ ਕਵਾੜ ਲਾਏ ਅਤੇ ਆਖਿਆ, ਇੱਥੋਂ ਤੱਕ ਆਈ, ਵਧੀ ਨਾ, ਅਤੇ ਇੱਥੇ ਤੇਰੀਆਂ ਆਫਰੀਆਂ ਹੋਈਆਂ ਲਫਾਂ ਰੁਕ ਜਾਣ। ਭਲਾ ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ? ਜਿਹੜਾ ਪਰਮੇਸ਼ਰ ਨਾਲ ਬਹਿਸ ਕਰਦਾ ਹੈ ਉਹ ਉੱਤਰ ਦੇਵੇ। ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈ ਅਤੇ ਤੇਰਾ ਕੋਈ ਪਰੋਜਨ ਰੁਕ ਨਹੀਂ ਸਕਦਾ। ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਸਲਾ ਨੂੰ ਢੱਕਦਾ ਹੈ? ਇਸ ਲਈ ਮੈਂ ਉਹ ਕਿਹਾ ਜਿਹਨੂੰ ਮੈਂ ਨਾ ਸਮਝਿਆ। ਇਹ ਮੇਰੇ ਲਈ ਅਚਰਜ ਗੱਲਾਂ ਸਨ ਜਿਹਨੂੰ ਮੈਂ ਨਹੀਂ ਜਾਣਦਾ ਸਾਂ। ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ। ਇਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ ਅਤੇ ਮੈਂ ਖਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ। ਇੱਕ ਤੇਜ਼ ਤੂਫਾਨ ਐਲੀਫਿਸ ਮਿਲਦਾ ਤੇ ਜ਼ੋਫਰ ਕੋਲ ਵਧ ਰਿਹਾ ਹੈ। ਇਹ ਕੀ ਹੈ? ਇਹ ਤਾਂ ਇੱਕ ਤੂਫਾਨ ਹੈ, ਕਿਤੇ ਰੁਕ ਜਾਓ। ਇਹ ਕੀ ਹੈ? ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂਬ ਬੋਲਿਆ। ਸੋ ਹੁਣ ਆਪਣੇ ਲਈ 7 ਬਲਦ ਅਤੇ 7 ਛਤਰੇ ਲਾਓ ਅਤੇ ਮੇਰੇ ਦਾਸ ਅਯੂਬ ਕੋਲ ਚੱਲੋ ਅਤੇ ਆਪਣੇ ਲਈ ਹੋਮ ਦੀ ਬਲੀ ਚੜਾਓ, ਅਤੇ ਮੇਰਾ ਦਾਸ ਅਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਅਤੇ ਮੈਂ ਤੁਹਾਡੀ ਮੂਰਖਤਾਈ ਲਈ ਤੁਹਾਨੂੰ ਮਾਫ ਕਰ ਦੇਵਾਂਗਾ। ਅਯੂਬ, ਕਿਰਪਾ ਕਰ, ਸਾਨੂੰ ਮਾਫ ਕਰ ਦੇ। ਅਯੂਬ, ਕਿਰਪਾ ਕਰ, ਸਾਨੂੰ ਮਾਫ ਕਰ। ਕਿਰਪਾ ਕਰ, ਸਾਨੂੰ ਮਾਫ ਕਰ ਦੇ। ਮਾਫ ਕਰ।
ਅਯੂਬ ਨੇ ਪਰਮੇਸ਼ਰ 'ਚ ਆਪਣਾ ਭਰੋਸਾ ਕਦੇ ਨਹੀਂ ਛੱਡਿਆ। अयूब ਅਸੀਂ ਗਲਤ ਕੀਤਾ, ਸਾਨੂੰ ਮਾਫ ਕਰ ਦੇ, ਤੇਰੇ ਕੋਲ ਪ੍ਰਾਰਥਨਾ ਕਰਨ ਦੇ। ਅਸੀਂ ਤੇਰੇ ਨਾਲ ਰੱਬ ਦੀ ਪ੍ਰਾਰਥਨਾ ਕਰਾਂਗੇ, ਤੇਰੇ ਨਾਲ ਹੋਮ ਦੀ ਬਲੀ ਚੜਾਉਣ ਲਈ ਕਿਰਪਾ ਕਰਕੇ ਸਾਨੂੰ ਮਾਫ ਕਰ ਦੇ। ਇੱਥੇ ਜਗਤ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਕ੍ਰਿਸ, ਇੱਗੀ ਇੱਥੇ ਹੈ। ਉਹਨੂੰ ਫੜ ਗਿਜ਼। ਬਹੁਤ ਵਧੀਆ ਗਿਜ਼ਮੋ। ਲੱਗਦਾ ਹੈ ਹੁਣ ਚੰਗੀਆਂ ਗੱਲਾਂ ਦੀ ਸ਼ੁਰੂਆਤ ਹੋਣ ਲੱਗੀ ਹੈ। ਹਾਂ, ਮੈਨੂੰ ਵੀ ਅਯੂਬ ਦੀ ਤਰ੍ਹਾਂ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਦ ਮੇਰੇ ਨਾਲ ਬੁਰਾ ਹੋਵੇ। ਤੇ ਅੰਤ ਨਹੀਂ ਹੈ। ਤੂੰ ਕੀ ਕਹਿਣਾ ਚਾਹੁੰਦਾ ਹੈ? ਮੈਂ ਅਯੂਬ ਤੋਂ ਕੁਝ ਹੋਰ ਵੀ ਸਿੱਖਿਆ ਹੈ। ਮੈਂ ਜਾਣਦਾ ਹਾਂ ਕਿ ਮੇਰਾ ਨਿਸਤਾਰਾ ਦੇਣ ਵਾਲਾ ਜਿਉਂਦਾ ਹੈ ਤੇ ਅੰਤ 'ਚ ਉਹ ਖਾਕ ਉੱਤੇ ਖੜਾ ਹੋਵੇਗਾ ਅਤੇ ਆਪਣੀ ਇਸ ਖਲ ਦੇ ਨਾਸ ਹੋਣ ਤੇ ਮਗਰੋਂ ਮੈਂ ਆਪਣੇ ਪਰਮੇਸ਼ਰ ਨੂੰ ਵੇਖਾਂਗਾ। ਹਾਂ, ਮੈਂ ਆਪਣੀਆਂ ਅੱਖਾਂ ਨਾਲ ਉਹਨੂੰ ਵੇਖਾਂਗਾ ਤੇ ਇਹ ਖਿਆਲ ਮੈਨੂੰ ਖੁਸ਼ੀ ਨਾਲ ਭਰ ਦਿੰਦਾ ਹੈ। ਜਦੋਂ ਅਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ ਤਾਂ ਯਹੋਵਾ ਨੇ ਅਯੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ ਤੇ ਜੋ ਕੁਝ ਅਯੂਬ ਦੇ ਕੋਲ ਸੀ ਯਹੋਵਾ ਨੇ ਦੁੱਗਣਾ ਕਰ ਦਿੱਤਾ। ਉਸਨੇ ਅਯੂਬ ਨੂੰ ਹੋਰ 7 ਪੁੱਤਰ ਅਤੇ 3 ਧੀਆਂ ਹੋਰ ਦਿੱਤੀਆਂ ਅਤੇ ਸਾਰੇ ਦੇਸ਼ ਵਿੱਚ ਅਯੂਬ ਦੀਆਂ ਧੀਆਂ ਨਾਲੋਂ ਰੂਪਵੰਤ ਸਤਰੀਆਂ ਨਹੀਂ ਸਨ। ਇਸ ਦੇ ਪਿੱਛੋਂ ਅਯੂਬ 140 ਵਰ੍ਹੇ ਜਿਉਂਦਾ ਰਿਹਾ ਅਤੇ ਉਸਨੇ ਆਪਣੇ ਪੁੱਤਰ ਅਤੇ ਪੋਤਰੇ ਚੌਥੀ ਪੀੜ੍ਹੀ ਤੀਕ ਵੇਖੇ। ਤਾਂ ਅਯੂਬ ਬੁੱਢਾ ਤੇ ਸਮਾਂ ਪੂਰ ਹੋ ਕੇ ਚਲਾਣਾ ਕਰ ਗਿਆ। ਤੁਹਾਡੇ ਲਈ ਜੀਆਂ ਮੇਰੀ ਮਦਦ ਕਰੋ ਬਦਲੋ ਜੀਵਨ ਤੇ ਨਵਾਂ ਕਰੋ ਜੀਵਨ ਨਵਾਂ ਕਰੋ ਤੁਹਾਡੇ ਲਈ ਜੀਆਂ ਮੇਰੀ ਮਦਦ ਕਰੋ ਅਸੀਂ जरा सोचिए कि
खो सकदा है इतिहास दे सफर विच उच्चे उड़िए सफर ते चलिए रहस दे अंदर वेखिए जो वेखना सी जाहिर है ए ज्ञान जे है सुनंदी चा ए बचन है सदा सारे जहां दे लई एक कहानी सदा है जो सच ए बचन है रोशन उस रोशनी दे नाल रब ने दित्ती जा अपने प्रेम विच सफर ते चल के देखो करिश्मा तसी अंदर है जो साडे सारियां दे लई उस दा जिंदा बचन सुबह